हाँ जी, गुड आफ्टरनून स्टूडेंट्स एवरीबॉडी। ਅੱਜ ਅਸੀਂ ਨੈਕਸਟ ਚੈਪਟਰ ਸਟਾਰਟ ਕਰਾਂਗੇ ਆਪਣਾ ਸੈੱਲ ਸਾਈਕਲ ਐਂਡ ਸੈੱਲ ਡਿਵੀਜ਼ਨ। ਸੋ ਇਹ ਚੈਪਟਰ ਬਹੁਤ ਇੰਪੋਰਟੈਂਟ ਹੈ ਤੁਹਾਡੇ ਵਾਸਤੇ, ਸਾਡੀ ਹਿਊਮਨ ਬਾਡੀ ਨਾਲ ਵੀ ਰਿਲੇਟਡ ਆ। ਕਿਵੇਂ ਸੈੱਲ ਜਿਹੜਾ ਸਾਡੇ ਬਾਡੀ ਦੇ ਵਿੱਚ ਡਿਵਾਈਡ ਕਰਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਔਰ ਲਾਸਟ ਟਾਈਮ ਅਸੀਂ ਬੇਟਾ ਪੜ੍ਹਿਆ ਸੀਗਾ ਕਿ ਸੈੱਲ ਦਾ ਯੂਨਿਟ ਆਫ ਲਾਈਫ, ਜਿਹਦੇ ਵਿੱਚ ਤੁਸੀਂ ਸਾਰੇ ਆਰਗੈਨੇਲਿਜ਼ ਬਾਰੇ ਸਟੱਡੀ ਕੀਤੀ ਸੀ, ਕਿਹੜੇ ਕਿਹੜੇ ਆਰਗੈਨੇਲਿਜ਼ ਹੁੰਦੇ ਆ। ਸੋ ਪਲੀਜ਼ ਇਸ ਚੈਪਟਰ ਨੂੰ ਬਹੁਤ ਸੀਰੀਅਸ ਹੋ ਕੇ ਪੜ੍ਹਨਾ ਹੈ, ਇਹ ਤੁਹਾਡੇ ਲਈ ਬਹੁਤ ਯੂਜ਼ਫੁਲ ਆ। ਓਕੇ, ਸੋ ਜਿਹੜਾ ਸਾਡੀ ਬਾਡੀ ਦੇ ਵਿੱਚ ਸੈੱਲ ਸਾਈਕਲ ਚੱਲਦਾ ਹੈ ਇੱਕ, ਠੀਕ ਹੈ, ਸੈੱਲ ਦਾ ਸਾਈਕਲ ਚੱਲਦਾ, ਇਹਦੇ ਵਿੱਚ ਉਹਦੀ ਡਿਵੀਜ਼ਨ ਹੁੰਦੀ ਹੈ। ਠੀਕ ਹੈ, ਹੁਣ ਉਹਦੇ ਵਿੱਚ ਬੇਟਾ 2 ਫੇਜ਼ ਆਉਂਦੇ ਆ ਸੈੱਲ ਸਾਈਕਲ ਦੇ ਵਿੱਚ। 2 ਫੇਜ਼ ਹੁੰਦੇ ਆ। ਵੇਟ 2 ਮਿੰਟ ਵੇਟ ਬੇਟਾ। ਹਾਂਜੀ, ਸੋ ਉਹਦੇ ਵਿੱਚ 2 ਫੇਜ਼ ਹੁੰਦੇ ਆ ਤੁਹਾਡੇ। ਇੱਕ ਹੁੰਦਾ ਬੇਟਾ ਇੰਟਰਫੇਸ ਐਂਡ ਦਾ ਐਮ ਫੇਜ਼। ਠੀਕ ਹੈ, ਇੰਟਰਫੇਸ ਉਹ ਫੇਜ਼ ਹੁੰਦਾ ਬੇਟਾ ਜਿਹਦੇ ਵਿੱਚ ਸੈੱਲ ਨੇ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ, ਜਿਹਨੂੰ ਪ੍ਰਿਪਰੇਟਰੀ ਫੇਜ਼ ਬੋਲਦੇ ਹਾਂ ਅਸੀਂ। ਔਰ ਐਮ ਫੇਜ਼ ਬੇਟਾ ਉਹ ਹੁੰਦਾ ਆ ਜਿਹਦੇ ਵਿੱਚ ਸੈੱਲ ਨੇ ਆਪਣੇ ਆਪ, ਜਿਹਦੇ ਵਿੱਚ ਸੈੱਲ ਕੀ ਕਰਦਾ ਹੈ, ਡਿਵਾਈਡ ਹੁੰਦਾ ਆ। ਠੀਕ ਹੈ, ਉਸ ਨੂੰ ਅਸੀਂ ਡਿਵੀਜ਼ਨ ਫੇਜ਼ ਵੀ ਬੋਲਦੇ ਹਾਂ। ਸੋ ਇੰਟਰਫੇਸ ਦੇ ਅੱਗੇ 3 ਫੇਜ਼ ਹੁੰਦੇ ਆ, G1 ਫੇਜ਼, S ਫੇਜ਼ ਐਂਡ G2 ਫੇਜ਼। ਠੀਕ ਹੈ, ਔਰ ਜਿਹੜਾ ਨੈਕਸਟ ਐਮ ਫੇਜ਼ ਹੁੰਦਾ ਇਹਦੇ ਵਿੱਚ ਸੈੱਲ ਡਿਵਾਈਡ ਕਰਦਾ ਆ। ਉਹ 2 ਤਰੀਕੇ ਨਾਲ ਡਿਵੀਜ਼ਨ ਹੁੰਦੀ ਉਹਦੀ। ਇੱਕ ਨੂੰ ਬੋਲਦੇ ਸੀ ਕੈਰੀਓਕਾਈਨੇਸਿਸ, ਜਿਹਦੇ ਵਿੱਚ ਪਹਿਲਾਂ ਨਿਊਕਲੀਅਸ ਡਿਵਾਈਡ ਕਰੂਗਾ। ਠੀਕ ਹੈ, ਔਰ ਦੂਜੇ ਨੰਬਰ 'ਤੇ ਹੁੰਦਾ ਸਾਈਟੋਕਾਈਨੇਸਿਸ। ਠੀਕ ਹੈ, ਔਰ ਹੁਣ ਜਿਹੜਾ ਕੈਰੀਓਕਾਈਨੇਸਿਸ ਆ ਨਾ ਬੇਟਾ, ਕੈਰੀਓਕਾਈਨੇਸਿਸ ਦੀਆਂ 4 ਸਟੇਜਿਸ ਆ, ਜਿਹਦੇ ਵਿੱਚ ਸਭ ਤੋਂ ਪਹਿਲੀ ਹੈਗੀ ਪ੍ਰੋਫੇਜ਼, ਦੈਨ ਮੈਟਾਫੇਜ਼, ਦੈਨ ਐਨਾਫੇਜ਼ ਐਂਡ ਦੈਨ ਟੀਲੋਫੇਜ਼। ਇਹ ਚਾਰੇ ਦੇ ਵਿੱਚ ਜਿਹੜਾ ਸੈੱਲ ਆਪਣੇ ਆਪ ਨੂੰ ਡਿਵਾਈਡ ਕਰਦਾ ਹੈ। ਠੀਕ ਹੈ, ਹੁਣ ਜਿੱਦਾਂ ਕਿ ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ ਕਿ ਇੰਟਰਫੇਸ ਉਹ ਸਟੇਜ ਹੈ ਜਿਹਦੇ 'ਚ ਸੈੱਲ ਆਪਣੇ ਆਪ ਨੂੰ ਪ੍ਰਿਪੇਅਰ ਕਰੂਗਾ। ਠੀਕ ਹੈ, ਹੁਣ ਇੰਟਰਫੇਸ ਦੇ ਵਿੱਚ 3 ਸਟੇਜਿਸ ਹੁੰਦੀਆਂ। ਦੇਖੋ ਤੁਹਾਡੇ ਸਾਹਮਣੇ ਸੈੱਲ ਸਾਈਕਲ ਬਣਿਆ, ਇੱਕ ਵਾਰੀ ਦੁਬਾਰਾ ਮੈਂ ਡਰॉ ਕਰ ਦਿੰਦਾ ਉਹਨੂੰ ਰਫਲੀ, ਥੋੜ੍ਹਾ ਜਿਹਾ ਤੁਹਾਨੂੰ ਪਤਾ ਲੱਗ ਜੂਗਾ। ਦੇਖੋ ਆਹ ਹੈਗਾ ਸੈੱਲ ਸਾਈਕਲ। ਠੀਕ ਹੈ, ਹੁਣ ਇਹਦੇ ਵਿੱਚ ਬੇਟਾ ਤੁਹਾਡੇ ਸਾਹਮਣੇ ਆਹ ਹੈਗਾ ਐਮ ਫੇਜ਼। ਠੀਕ ਹੈ, ਬਾਕੀ ਉਹਨੂੰ ਅਸੀਂ ਡਿਵਾਈਡ ਕਰ ਦਾਂਗੇ। ਠੀਕ ਹੈ, ਇਹ ਹੋਇਆ ਡਿਵੀਜ਼ਨ। ਸਭ ਤੋਂ ਪਹਿਲਾਂ ਆਉਂਦਾ ਬੇਟਾ G1 ਫੇਜ਼, ਫਿਰ S ਫੇਜ਼, ਫਿਰ ਆਉਂਦਾ G2 ਫੇਜ਼। ਠੀਕ ਹੈ ਨਾ, ਅੰਡਰਸਟੂਡ। ਔਰ ਇਸ ਨੂੰ ਅਸੀਂ ਬੋਲਦੇ ਹਾਂ ਬੇਟਾ ਐਮ ਫੇਜ਼। ਠੀਕ ਹੈ, ਹੁਣ ਇੱਕ ਗੱਲ ਯਾਦ ਰੱਖਣੀ ਆ, G1 ਫੇਜ਼, ਠੀਕ ਹੈ, ਔਰ G2 ਫੇਜ਼, ਇਹ ਦੋਨੇ ਐਸੇ ਫੇਜ਼ ਆ ਕਿ ਜਿਸ ਦੇ ਵਿੱਚ ਸੈੱਲ ਨੇ ਆਪਣੇ ਆਪ ਨੂੰ ਐਸ ਫੇਜ਼, G1 ਜਦੋਂ ਸੈੱਲ ਨੇ ਐਸ ਫੇਜ਼ ਕੋਲ ਜਾਣਾ, ਐਸ ਫੇਜ਼ ਦੇ ਵਿੱਚ ਜੋ ਵੀ ਉਹਦੀ ਜਿੱਦਾਂ DNA ਰੈਪਲੀਕੇਸ਼ਨ ਹੁੰਦੀ ਹੈ ਐਸ ਫੇਜ਼ ਦੇ ਵਿੱਚ, ਅਤੇ ਉਹਨੇ ਸੈੱਲ ਨੇ ਆਪਣੇ ਆਪ ਨੂੰ ਪਹਿਲਾਂ ਹੀ G1 ਦੇ ਵਿੱਚ ਆਪਣੇ ਤਿਆਰ ਕਰ ਲੈਣਾ। ਠੀਕ ਹੈ ਨਾ, ਉਹਨੂੰ ਸਾਰੇ ਇੰਜ਼ਾਈਮਸ ਵਗੈਰਾ, ਪ੍ਰੋਟੀਨਸ ਵਗੈਰਾ, ਉਹਨੇ ਪਹਿਲਾਂ ਹੀ ਸਾਰੇ ਉਹ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹਨੂੰ, ਤਾਂ ਕਿ ਉਹ ਐਸ ਫੇਜ਼ ਦੇ ਵਿੱਚ ਆ ਕੇ ਕੰਮ ਕਰੇ। ਇੱਦਾਂ ਹੀ ਜਿਸ ਤਰ੍ਹਾਂ ਉਹਨੇ ਐਮ ਫੇਜ਼ ਦੇ ਵਿੱਚ ਐਂਟਰ ਕਰਨਾ, ਉਹਨੂੰ G2 ਫੇਜ਼ ਦੇ ਵਿੱਚ ਸਾਰੀਆਂ ਉਹ ਚੀਜ਼ਾਂ ਚਾਹੀਦੀਆਂ ਜਿਹੜੀਆਂ ਕਿ ਉਹਨੂੰ ਐਮ ਫੇਜ਼ ਦੇ ਵਿੱਚ ਆ ਕੇ ਉਹ ਆਪਣੀ ਐਕਟੀਵਿਟੀ ਕਰੂਗਾ। ਠੀਕ ਹੈ, ਹੁਣ ਇਸੇ ਤਰ੍ਹਾਂ ਹੀ ਐਮ ਫੇਜ਼ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਬੇਟਾ ਉਹਨੇ ਸੈੱਲ ਨੇ G1 ਤੋਂ ਲੈ ਕੇ ਆਹ G2 ਫੇਜ਼ ਤੱਕ, ਇਸ ਫੇਜ਼ ਨੂੰ ਅਸੀਂ ਬੋਲਦੇ ਹਾਂ ਇੰਟਰਫੇਸ। ਇਸ ਫੇਜ਼ ਨੂੰ ਕੀ ਬੋਲਦੇ ਹਾਂ ਅਸੀਂ ਬੇਟਾ, ਇੰਟਰਫੇਸ। ਇਸ ਵਿੱਚ ਸੈੱਲ ਆਪਣੇ ਆਪ ਨੂੰ ਤਿਆਰ ਕਰ ਲੈਂਦਾ ਬਿਲਕੁਲ, ਜਿਹਨੂੰ ਤੁਸੀਂ ਉੱਪਰ ਪੜ੍ਹਿਆ ਸੀਗਾ ਪ੍ਰੈਪਰੇਟਰੀ ਫੇਜ਼ ਵੀ ਬੋਲਦੇ ਹਾਂ ਅਸੀਂ। ਠੀਕ ਹੈ, ਫਿਰ ਉਹਨੇ ਜਿਹੜੀ ਐਮ ਫੇਜ਼ ਦੇ ਵਿੱਚ ਐਂਟਰ ਕਰਨਾ, ਅਤੇ ਇੱਥੇ ਆ ਗਈ ਜੀ ਜੋ ਡਿਵੀਜ਼ਨ ਵਗੈਰਾ ਹੋਊਗੀ, ਉਹ 4 ਸਟੇਜਿਸ ਦੇ ਅੰਦਰ ਲੰਘੂਗਾ, ਪ੍ਰੋਫੇਜ਼, ਮੈਟਾਫੇਜ਼, ਐਨਾਫੇਜ਼ ਐਂਡ ਟੀਲੋਫੇਜ਼। ਅੰਡਰਸਟੂਡ। ਸੋ ਆ ਤੁਹਾਡੇ ਸਾਹਮਣੇ ਸੈੱਲ ਸਾਈਕਲ ਬਣਿਆ ਹੋਇਆ। ਲੈਟਸ ਸਟਾਰਟ ਜੀ। ਹੁਣ ਆਹ ਦੇਖੋ,
ਆ ਹੈਗਾ ਤੁਹਾਡੇ ਕੋਲ ਸੈੱਲ ਆ ਜਿਹੜਾ ਕਿ ਡਿਵਾਈਡ ਕਰੂਗਾ, ਠੀਕ ਹੈ। ਹੁਣ ਇਹ ਸੈੱਲ ਜਿਹੜਾ ਸਭ ਤੋਂ ਪਹਿਲਾਂ ਕਿੱਥੇ ਐਂਟਰ ਕਰੂਗਾ, G1 ਦੇ ਫੇਸ। ਹੁਣ G1 ਬੇਟਾ ਫੇਸ ਦੇ ਵਿੱਚ ਜਦੋਂ ਇਹਨੇ ਐਂਟਰ ਕਰ ਜਾਣਾ, ਹੁਣ ਉੱਥੇ ਸੈੱਲ ਨੇ ਕੀ ਕਰਨਾ, ਸਭ ਤੋਂ ਪਹਿਲਾਂ ਉਹਦੀ ਸੈੱਲ ਦੇ ਵਿੱਚ ਪ੍ਰੋਟੀਨ ਦੀ ਸਿੰਥੇਸਿਸ ਹੋਣੀ, ਠੀਕ ਹੈ। ਪ੍ਰੋਟੀਨ ਦੀ ਸਿੰਥੇਸਿਸ ਵਿੱਚ ਐਂਜ਼ਾਈਮਸ ਵਗੈਰਾ ਬਣਨੇ ਆ, ਜਿਹੜੇ ਕਿ ਉਹਨੂੰ ਐਸ ਫੇਸ ਦੇ ਵਿੱਚ ਜਾ ਕੇ ਜਦੋਂ ਰੈਪਲੀਕੇਸ਼ਨ ਹੋਣੀ, ਉਹ ਐਂਜ਼ਾਈਮਸ ਉਹਨੇ ਯੂਜ਼ ਕਰਨੇ ਉਦੋਂ, ਠੀਕ ਹੈ। ਫਿਰ ਦੂਜੇ ਨੰਬਰ 'ਤੇ ਉਹਨੇ RNA ਸਿੰਥੇਸਿਸ ਵੀ ਵਧੂਗੀ, ਹੋਊਗੀ ਉਹਦੀ। ATP ਦੀ ਸਿੰਥੇਸਿਸ ਵਧੂਗੀ, ਕਿਉਂਕਿ ATP ਇੱਕ ਮੇਜਰ ਰੋਲ ਪਲੇ ਕਰਦੀ ਆ ਇਹ ਸਾਰੇ ਸੈੱਲ ਸਾਈਕਲ ਦੇ ਵਿੱਚ, ਠੀਕ ਹੈ। ATP ਨੇ M ਫੇਸ ਦੇ ਵਿੱਚ ਜਾ ਕੇ ਬਹੁਤ ਵੱਡਾ ਰੋਲ ਪਲੇ ਕਰਨਾ ਹੈ, ਠੀਕ ਹੈ। ਫਿਰ ਉਸ ਨੂੰ ਰॉ ਮਟੀਰੀਅਲ ਵੀ ਚਾਹੀਦਾ ਆ, ਠੀਕ ਹੈ। ਰॉ ਮਟੀਰੀਅਲ ਜਿਹੜਾ ਚਾਹੀਦਾ ਆ ਉਹ ਉਸ ਦੇ ਵਿੱਚ ਜਿੱਦਾਂ ਐਗਜ਼ਾਮਪਲ ਲਾ ਲਓ, ਪੈਂਟੋ ਸ਼ੂਗਰ, ਨਾਈਟ੍ਰੋਜਨ ਬੇਸ, ਫਾਸਫਰਿਕ ਐਸਿਡਸ, ਇਹ ਸਾਰੀਆਂ ਚੀਜ਼ਾਂ ਉਹਨੇ ਉਹਦੇ ਵਿੱਚ ਬਣਾਉਣੀਆਂ, ਠੀਕ ਹੈ। G1 ਦੇ ਫੇਸ ਵਿੱਚ ਇਹ ਸਾਰੀਆਂ ਚੀਜ਼ਾਂ ਉਹਨੇ ਤਿਆਰ ਕਰ ਲੈਣੀਆਂ ਤਾਂ ਕਿ ਉਹਨੂੰ S ਫੇਸ ਦੇ ਵਿੱਚ ਜਾ ਕੇ ਕੋਈ ਪ੍ਰੋਬਲਮ ਨਾ ਆਵੇ। ਔਰ ਜੇ ਇਹ ਸਾਰੀਆਂ ਤਿੰਨੇ ਚੀਜ਼ਾਂ, ਚਾਰੇ ਚੀਜ਼ਾਂ, ਪ੍ਰੋਟੀਨ ਵਗੈਰਾ, RNA, ATP ਜਾਂ ਰॉ ਮਟੀਰੀਅਲ, ਇਹ ਸਾਰੀਆਂ ਚੀਜ਼ਾਂ ਅਗਰ ਤਿਆਰ ਹੋ ਜਾਂਦੀਆਂ G1 ਫੇਸ ਦੇ ਵਿੱਚ, ਠੀਕ ਹੈ, ਅਤੇ ਵੇ ਜਿਹੜਾ ਸੈੱਲ ਦਾ ਸਾਈਜ਼ ਆ ਉਹ ਕੀ ਕਰ ਜੂਗਾ, ਇਨਕਰੀਜ਼ ਕਰ ਜਾਂਦਾ। ਅੰਡਰਸਟੂਡ। ਅਤੇ ਫਿਰ ਸੈੱਲ ਜਿਹੜਾ ਐਂਟਰ ਕਿਸ ਕਰ ਜਾਂਦਾ, ਤੁਹਾਡਾ ਐਸ ਫੇਸ ਦੇ ਵਿੱਚ ਐਂਟਰ ਕਰ ਜਾਂਦਾ। ਅੰਡਰਸਟੂਡ। ਐਂਡ ਬੇਟਾ ਸੈਕਿੰਡ ਫੇਜ਼ ਆ ਜਾਂਦੀ ਤੁਹਾਡੀ ਐਸ ਫੇਸ ਆ ਜਾਂਦੀ ਆ, ਜਿਹਦੇ ਵਿੱਚ ਜਾ ਕੇ DNA ਰੈਪਲੀਕੇਸ਼ਨ ਹੁੰਦੀ ਆ। ਇਹ ਗੱਲ ਬਹੁਤ ਇੰਪੋਰਟੈਂਟ, DNA ਰੈਪਲੀਕੇਸ਼ਨ ਮੈਨੇ DNA ਦੀਆਂ ਕਾਪੀਜ਼ ਬਣਦੀਆਂ, DNA ਦੀਆਂ ਕਾਪੀਜ਼ ਬਣਦੀਆਂ, ਠੀਕ ਹੈ। ਔਰ ਹੋਰ ਇਹਦੇ ਵਿੱਚ ਸੈਂਟਰੀਓਲ ਡਿਵਾਈਡ ਕਰਦਾ ਹੈ, ਠੀਕ ਹੈ, ਸੈਂਟਰੀਓਲ ਡਿਵਾਈਡ ਕਰੂਗਾ। ਫਿਰ ਹੁਣ ਜਿਹੜਾ ਸੈਂਟਰੀਓਲ ਆ ਨਾ ਬੇਟਾ, ਉਹ ਸਿਰਫ ਐਨੀਮਲ ਸੈੱਲ ਦੇ ਵਿੱਚ ਹੀ ਪ੍ਰੈਜੈਂਟ, ਜਿਹੜਾ ਉਹ ਡਿਵਾਈਡ ਕਰਦਾ, ਠੀਕ ਹੈ, ਓਨਲੀ ਇਨ ਐਨੀਮਲ ਸੈੱਲ। ਪਲਾਂਟ ਸੈੱਲ ਦੇ ਵਿੱਚ ਸੈਂਟਰੀਓਲ ਡਿਵਾਈਡ ਨਹੀਂ ਕਰਦਾ। ਹਿਸਟੋਨ ਪ੍ਰੋਟੀਨ ਜਿਹੜੇ ਆ ਉਹ ਸਿੰਥੇਸਿਸ ਹੋਣਗੇ ਇਹਦੇ ਵਿੱਚ, ਠੀਕ ਹੈ। ਇਹ ਸਾਰਾ ਪ੍ਰੋਸੈਸ ਕਿਹਦੇ ਵਿੱਚ ਹੋਣਾ, ਐਸ ਫੇਸ ਦੇ ਵਿੱਚ। ਸੋ ਇਹ ਬਹੁਤ 1 ਮਾਰਕਸ 'ਤੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਆ, ਤੁਹਾਨੂੰ ਪੁੱਛ ਸਕਦੇ ਆ। ਸਭ ਤੋਂ ਪਹਿਲਾ ਫੇਸ ਕਿਹੜਾ ਹੁੰਦਾ, ਸੈਕਿੰਡ ਕਿਹੜਾ ਹੁੰਦਾ, ਥਰਡ ਕਿਹੜਾ ਹੁੰਦਾ। ਇੰਟਰਫੇਸ 'ਤੇ ਕਿੰਨੇ ਫੇਸਿਸ ਹੁੰਦੇ ਆ, 3 ਫੇਸਿਸ ਹੁੰਦੇ, G1, S and G2, ਠੀਕ ਹੈ। ਔਰ G1 ਦੇ ਵਿੱਚ ਕੀ ਹੁੰਦਾ ਹੈ, ਪ੍ਰੋਟੀਨ ਦੀ, RNA ਦੀ, ATP ਦੀ ਸਿੰਥੇਸਿਸ, ਰॉ ਮਟੀਰੀਅਲ ਬਣਦਾ ਤਾਂ ਕਿ ਜਿਹੜਾ ਉਹ ਸੈੱਲ ਆ ਉਹ ਐਸ ਫੇਸ ਦੇ ਵਿੱਚ ਆ ਕੇ ਆਪਣਾ ਕੰਮ ਕਰ ਸਕੇ, ਠੀਕ ਹੈ। ਕਿਉਂਕਿ ਐਸ ਫੇਸ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ DNA ਐਪਲੀਕੇਸ਼ਨ। ਇਹ ਬਹੁਤ ਇੰਪੋਰਟੈਂਟ ਕੁਐਸਚਨ ਆ 1 ਮਾਰਕਸ ਦਾ, ਕਿ ਐਸ ਫੇਸ ਦੇ ਵਿੱਚ ਕਿਹੜੇ ਫੇਸ ਦੇ ਵਿੱਚ, ਇੰਟਰਫੇਸ ਦਾ ਉਹ ਕਿਹੜਾ ਫੇਸ ਆ ਜਿਹੜਾ ਕਿ ਜਿਹਦੇ ਵਿੱਚ DNA ਰੈਪਲੀਕੇਸ਼ਨ ਹੁੰਦੀ ਆ। ਸੋ DNA ਰੈਪਲੀਕੇਸ਼ਨ ਅਕਰ ਇਨ ਐਸ ਫੇਸ, ਠੀਕ ਹੈ। ਸੋ ਫਿਰ ਉਸ ਤੋਂ ਬਾਅਦ ਆ ਜਾਂਦਾ ਹਿਸਟੋਨ ਪ੍ਰੋਟੀਨਸ ਬਣਦੇ ਆ। ਹਿਸਟੋਨ ਪ੍ਰੋਟੀਨਸ ਬੇਟਾ ਵੈਸੇ ਕੀ ਹੁੰਦੇ ਆ, ਜਿਹਦਾ ਜਿਹੜਾ DNA ਹੁੰਦਾ ਨਾ, DNA ਨੂੰ ਸਪੋਜ਼ ਕਰ ਲਓ DNA ਆ, ਡਬਲ ਹੈਲੀਕਲ ਸਟਰਕਚਰ ਹੁੰਦਾ ਇਹਦਾ, ਇਹਨੂੰ ਕੁਆਇਲ ਕਰਦਾ ਹੈ ਹਿਸਟੋਨ ਪ੍ਰੋਟੀਨ, ਉਹਦੇ ਆਲੇ ਦੁਆਲੇ ਕੀ ਕਰਦਾ, ਕੁਆਇਲਿੰਗ ਕਰਦਾ, ਉਹਨੂੰ ਅਸੀਂ ਹਿਸਟੋਨ ਪ੍ਰੋਟੀਨਸ ਬੋਲਦੇ ਹਾਂ, ਠੀਕ ਹੈ। ਨੈਕਸਟ ਆ ਜਾਂਦਾ ਤੁਹਾਡੇ ਕੋਲ G2 ਫੇਸ। G2 ਫੇਸ ਦੇ ਵਿੱਚ ਬੇਟਾ ਪ੍ਰੋਟੀਨ ਦੀ ਸਿੰਥੇਸਿਸ ਹੁੰਦੀ ਹੈ ਫਿਰ ਦੁਬਾਰਾ, ਠੀਕ ਹੈ। ਹੁਣ ਜਿਹੜੀ ਪ੍ਰੋਟੀਨ ਦੀ ਸਿੰਥੇਸਿਸ ਹੁੰਦੀ ਹੈ, ਕਿਹੜਾ ਪ੍ਰੋਟੀਨ ਚਾਹੀਦਾ ਇਹਨੂੰ, ਠੀਕ ਹੈ, ਉਹਦੇ ਵਿੱਚ ਟਿਊਬਲਿਨ ਪ੍ਰੋਟੀਨ ਹੁੰਦਾ ਜਿਹੜਾ ਉਹ ਬਣਦਾ ਹੈ G2 ਫੇਸ ਦੇ ਵਿੱਚ। ਕਿਹੜਾ ਪ੍ਰੋਟੀਨ ਬਣਦਾ ਹੈ, ਟਿਊਬਲਿਨ ਪ੍ਰੋਟੀਨ। ਔਰ ਉਹ ਜਿਹੜਾ ਟਿਊਬਲਿਨ ਪ੍ਰੋਟੀਨ ਆ, ਉਹਨੇ ਉਹ ਕਿਉਂ ਚਾਹੀਦਾ ਸੈੱਲ ਨੂੰ, ਕਿਉਂਕਿ ਉਹਨੇ ਉੱਥੇ ਸਪਿੰਡਲ ਫਾਈਬਰ ਫਾਰਮੇਸ਼ਨ ਕਰਨੀ, ਉਹਨੇ ਉੱਥੇ ਸਪਿੰਡਲ ਫਾਈਬਰ ਫਾਰਮੇਸ਼ਨ ਕਰਨੀ। ਇਹ ਸਾਰੀਆਂ ਚੀਜ਼ਾਂ ਅੱਗੇ ਪੜ੍ਹੋਗੇ ਤੁਸੀਂ, ਸਪਿੰਡਲ ਫਾਈਬਰ ਕੀ ਹੁੰਦਾ ਹੈ ਨੈਕਸਟ ਆ ਕੇ ਤੁਹਾਨੂੰ ਦੱਸੂਗਾ, ਠੀਕ ਹੈ। ਔਰ ਪਲਾਜ਼ਮਾ ਮੈਂਬਰੇਨ ਪ੍ਰੋਟੀਨਸ ਵੀ ਅੱਛੀ ਬਣਦੀ ਆ, ATP ਸਿੰਥੇਸਿਸ ਬਣਦੀ ਆ, RNA ਦੀ ਸਿੰਥੇਸਿਸ ਹੁੰਦੀ ਹੈ, ਇਹ ਸਾਰੀ ਕਿੱਥੇ ਫੇਰ ਹੁੰਦੀ ਹੈ G2 ਦੇ ਵਿੱਚ, ਠੀਕ ਹੈ। ਹੁਣ ਉਹੀ ਗੱਲ ਆ, ਪਹਿਲਾਂ ਗੱਲ ਦੱਸ ਕੇ ਹਟਿਆ, ਜਦੋਂ ਸੈੱਲ G1 ਫੇਸ ਦੇ ਵਿੱਚ ਆ, ਉਹਨੇ ਆਪਣੇ ਆਪ ਨੂੰ ਇੰਨਾ ਤਿਆਰ ਕਰ ਲੈਣਾ ਤਾਂ ਕਿ ਉਹ ਐਸ ਫੇਸ ਦੇ ਵਿੱਚ ਹੀ ਆ ਕੇ ਉਹ ਆਪਣਾ DNA ਰੈਪਲੀਕੇਸ਼ਨ ਕਰ ਸਕੇ, ਸੈਂਟਰੀਓਲ ਡਿਵਾਈਡ ਕਰ ਸਕੇ,
ਤੇ ਹਿਸਟੋਨ ਪ੍ਰੋਟੀਨ ਦੀ ਸਿੰਥੇਸਿਸ ਕਰ ਸਕੇ। ਇੱਦਾਂ ਹੀ ਜਦੋਂ ਉਹਨੇ G2 ਫੇਸ ਦੇ ਵਿੱਚ ਸੈੱਲ ਨੇ ਪਹੁੰਚ ਜਾਣਾ ਤੇ ਉਹਨੇ ਆਪਣੇ ਆਪ ਨੂੰ ਇਸ ਤਰ੍ਹਾਂ ਤਿਆਰ ਕਰ ਲੈਣਾ ਤਾਂ ਕਿ ਉਹ ਜੋ M ਫੇਸ ਦੇ ਵਿੱਚ ਆ ਕੇ ਆਪਣੇ ਸਾਰੇ ਫੰਕਸ਼ਨਸ ਉਹ ਕਰ ਸਕੇ। ਅੰਡਰਸਟੂਡ? ਹੁਣ ਪਤਾ ਲੱਗ ਗਿਆ, ਕਲੀਅਰ ਕੱਟ ਆ ਬੇਟਾ, ਦੱਸ ਰਿਹਾ ਤੁਹਾਨੂੰ ਮੈਂ। ਨੈਕਸਟ ਅੱਗੇ ਬੇਟਾ ਆ ਦੇਖੋ ਲਿਖਿਆ ਹੋਇਆ ਨੋਟਸ, ਤੁਸੀਂ ਇਹ ਵੀ ਕਾਪੀ ਕਰ ਸਕਦੇ ਹੋ ਜੇ ਤੁਹਾਨੂੰ ਈਜ਼ੀ ਲੱਗਣ। ਜੇ ਆਪਣੀ ਲੈਂਗੁਏਜ ਯੂਜ਼ ਕਰਨੀ ਹੋ ਉਹ ਤੁਹਾਡੀ ਵਿਸ਼ ਆ। ਇੰਟਰਫੇਸ ਮੇਡ ਅਪ 3 ਪਾਰਟ ਦਾ ਬਣਦਾ ਹੈ, G1 S1, ਠੀਕ ਹੈ, G2। ਇਫ ਡਾਟਰ ਸੈਲਸ ਆਰ ਨਾਟ ਡਿਵਾਈਡ ਇਟ ਐਂਟਰ ਇਨਟੂ G0 ਫੇਸ। ਜੇਕਰ ਕਹਿੰਦਾ ਡਾਟਰ ਸੈੱਲ ਜਿਹੜਾ ਡਿਵਾਈਡ ਨਹੀਂ ਕਰਦਾ, ਠੀਕ ਹੈ, ਡਿਵਾਈਡ ਉਹ ਨਹੀਂ ਕਰਦਾ। ਹੁਣ ਸਪੋਜ਼ ਕਰ ਲਓ ਡਾਟਰ ਸੈਲਸ ਇੱਥੇ ਜਦੋਂ M ਫੇਜ਼ ਡਿਵੀਜ਼ਨ ਵਗੈਰਾ ਹੋ ਜਾਣੀ ਆ, ਸੈੱਲ ਨੇ ਘੁੰਮ ਕੇ ਇੱਥੇ ਪਹੁੰਚ ਜਾਣਾ, ਠੀਕ ਹੈ, 2 ਡਾਟਰ ਸੈਲਸ ਬਣ ਜਾਣੇ। ਜਦੋਂ ਜੇ ਉਹ ਡਿਵਾਈਡ ਨਹੀਂ ਕੀਤਾ ਤੇ ਇੱਥੇ ਇੱਕ ਹੋਰ ਫੇਜ਼ ਬਣਦਾ ਹੈ ਬੇਟਾ ਸੈੱਲ ਸਾਈਕਲ ਦੇ ਵਿੱਚ, ਉਹਨੂੰ ਅਸੀਂ ਬੋਲਦੇ ਹਾਂ G0 ਫੇਜ਼। ਆ ਦੇਖੋ ਉਹ ਇਨਐਕਟਿਵ ਹੁੰਦਾ ਆ, ਠੀਕ ਹੈ, ਫਾਰ ਡਿਵੀਜ਼ਨ, ਜਾਂ ਉਹਨੂੰ ਕੁਇਸੈਂਟ ਫੇਜ਼ ਵੀ ਬੋਲਦੇ ਹਾਂ ਅਸੀਂ। ਅੰਡਰਸਟੂਡ ਆ, ਠੀਕ ਹੈ। ਔਰ ਦੈਨ ਉਸ ਤੋਂ ਬਾਅਦ ਬੇਟਾ, ਠੀਕ ਹੈ, ਫਿਰ ਉਹ G1 ਦੇ ਵਿੱਚ, ਪਹਿਲਾਂ ਉਹ G1 ਦੇ ਵਿੱਚ, ਹੁਣ ਦੇਖੋ ਸਪੋਜ਼ ਕਰ ਲਓ ਇੱਥੇ ਡਾਟਰਸ ਡਿਵੀਜ਼ਨ ਹੋ ਗਈ, ਠੀਕ ਹੈ, ਪ੍ਰੋਪਰਲੀ ਅੱਗੇ ਆ ਕੇ ਡਿਵਾਈਡ ਨਹੀਂ ਕਰਦਾ, 2 ਡਾਟਰ ਸੈਲਸ ਬਣ ਜਾਂਦੇ ਪਰ ਉਹਨੇ ਡਿਵੀਜ਼ਨ ਨਹੀਂ ਹੁੰਦੀ ਚੰਗੀ ਤਰ੍ਹਾਂ। ਉਹਨੇ ਸਭ ਤੋਂ ਪਹਿਲਾਂ ਤਾਂ ਫਿਰ G1 ਦੇ ਵਿੱਚ ਐਂਟਰ ਕਰਨਾ, ਉੱਥੇ ਗਰੋ ਕਰੂਗਾ ਨੋਰਮਲ ਸਾਈਜ਼ ਦੇ ਵਿੱਚ, ਠੀਕ ਹੈ, ਫਿਰ ਉਹ ਐਂਟਰ ਕਰ ਜੂਗਾ ਕਿਹਦੇ ਵਿੱਚ, G0 ਫੇਸ ਦੇ ਵਿੱਚ, G0 ਫੇਸ ਬੋਲਦੇ ਨੇ, ਠੀਕ ਹੈ। ਐਂਡ ਨਾਟ ਡਿਵਾਈਡ ਮੋਰ ਐਂਡ ਦੇ ਕਮ ਆਊਟ ਆਫ ਦਾ ਸੈੱਲ, ਠੀਕ ਹੈ। ਫਿਰ ਉਸ ਤੋਂ ਬਾਅਦ G0 ਫੇਸ ਦੇ ਵਿੱਚ ਐਂਟਰ ਕਰ ਗਿਆ। G0 ਫੇਸ ਦੇ ਵਿੱਚ ਆ ਦੇਖੋ ਇੱਕ ਵੱਖਰਾ ਫੇਸ ਤੁਹਾਨੂੰ ਸ਼ੋਅ ਕਰ ਦਿੰਦਾ ਇੱਥੇ ਮੈਂ, ਇਹ ਹੈਗਾ G0 ਫੇਸ, ਠੀਕ ਹੈ। ਉਹ G0 ਫੇਸ ਦੇ ਵਿੱਚ ਐਂਟਰ ਕਰ ਗਿਆ। G0 ਫੇਸ ਤੋਂ ਬਾਅਦ ਉਹਨੇ ਕੀ ਕਰਨਾ, ਉਸ ਤੋਂ ਬਾਅਦ ਉਹ ਇਸ ਦੇ ਵਿੱਚ ਉਹ ਜ਼ਿਆਦਾ ਡਿਵਾਈਡ ਉਹ ਨਹੀਂ ਕਰੂਗਾ। ਜੋ ਜ਼ਿਆਦਾ ਡਿਵਾਈਡ ਨਹੀਂ ਕੀਤਾ ਤੇ ਠੀਕ ਹੈ, ਉਹਨੇ ਕੀ ਕਰ ਜਾਣਾ, ਸੈੱਲ ਸਾਈਕਲ ਤੋਂ ਬਾਹਰ ਨਿਕਲ ਜਾਣਾ, ਠੀਕ ਹੈ, ਦੇ ਕਮ ਆਊਟ ਆਫ ਦਾ ਸੈੱਲ, ਠੀਕ ਹੈ। ਸੋ ਦਿਸ ਉਸ ਜਦੋਂ ਉਹ G0 ਫੇਸ ਦੇ ਵਿੱਚ ਐਂਟਰ ਕਰਦਾ ਆ, ਇੱਕ ਗੱਲ ਯਾਦ ਰੱਖਣੀ ਆ, ਠੀਕ ਹੈ, G0 ਫੇਸ ਦੇ ਵਿੱਚ ਐਂਟਰ ਕਰਦਾ ਆ, ਉਹਨੂੰ ਅਸੀਂ ਬੋਲਦੇ ਹਾਂ ਡਿਫਰੈਂਸ਼ੀਏਸ਼ਨ। ਉਹਨੂੰ ਅਸੀਂ ਕੀ ਬੋਲਦੇ ਹਾਂ, ਡਿਫਰੈਂਸ਼ੀਏਸ਼ਨ, ਠੀਕ ਹੈ। ਇਫ ਸੈੱਲ ਅਗੇਨ ਐਂਟਰ ਇਨਟੂ G1 ਫੇਸ, ਠੀਕ ਹੈ, ਜੇ ਉਹ ਦੁਬਾਰਾ G1 ਫੇਸ ਦੇ ਵਿੱਚ ਐਂਟਰ ਕਰਦਾ ਹੈ then this process is called the ਡੀ ਡਿਫਰੈਂਸ਼ੀਏਸ਼ਨ। ਫਿਰ ਉਹਨੂੰ ਅਸੀਂ ਡੀ ਡਿਫਰੈਂਸ਼ੀਏਸ਼ਨ ਬੋਲਦੇ ਹਾਂ। ਨੋਟਸ ਦੇ ਵਿੱਚ ਲਿਖਿਆ ਹੋਇਆ ਦੇਖੋ, ਜੇ ਸੈੱਲ ਦੁਬਾਰਾ, ਇਹ ਬੜਾ ਕੰਫਿਊਜ਼ਿੰਗ ਜਿਹਾ ਕਿ ਦੇਖੋ ਪਹਿਲਾਂ ਡਾਟਰ ਸੈਲਸ ਆ ਨੋਟ, ਜੇ ਉਹ ਤੁਸੀਂ ਡਿਵਾਈਡ ਨਹੀਂ ਕਰਦੇ, ਠੀਕ ਹੈ, ਉਹ ਐਂਟਰ ਕਰੂਗਾ G0 ਫੇਸ ਦੇ ਵਿੱਚ, ਜਿਹੜਾ ਕਿ ਉਹ ਫੇਸ ਇਨਐਕਟਿਵ ਹੁੰਦਾ, ਉਹਦੇ ਵਿੱਚ ਗਰੋ ਵਗੈਰਾ ਨਹੀਂ ਕਰ ਸਕਦਾ, ਠੀਕ ਹੈ, ਜ਼ਿਆਦਾ ਡਿਵਾਈਡ ਨਹੀਂ ਕਰੂਗਾ। ਅਤੇ ਉਸ ਨੂੰ ਅਸੀਂ ਜਦੋਂ G0 ਫੇਸ ਦੇ ਵਿੱਚ ਐਂਟਰ ਕਰ ਗਿਆ, ਉਹਨੂੰ ਅਸੀਂ ਡਿਫਰੈਂਸ਼ੀਏਸ਼ਨ ਬੋਲਦੇ ਹਾਂ। ਜੇਕਰ ਇਫ ਸੈੱਲ ਅਗੇਨ ਐਂਟਰ ਇਨ G1 ਫੇਸ, G0 ਫੇਸ ਦੇ ਵਿੱਚ ਸੀਗਾ, ਫਿਰ ਦੁਬਾਰਾ G1 ਦੇ ਵਿੱਚ ਆ ਗਿਆ, ਫਿਰ ਅਸੀਂ ਉਹਨੂੰ ਬੋਲੂੰਗਾ ਡੀ ਡਿਫਰੈਂਸ਼ੀਏਸ਼ਨ, ਠੀਕ ਹੈ। ਫਿਰ ਉਸ ਤੋਂ ਬਾਅਦ ਇਫ ਸੈੱਲ ਅਗੇਨ ਕਮ ਆਊਟ, ਜੋ ਫਿਰ ਦੁਬਾਰਾ ਬਾਹਰ ਚਲਾ ਗਿਆ, ਠੀਕ ਹੈ, ਫਿਰ ਅਸੀਂ ਉਹਨੂੰ ਬੋਲਾਂਗੇ ਰੀ ਡਿਫਰੈਂਸ਼ੀਏਸ਼ਨ। ਉਸ ਤੋਂ ਬਾਅਦ ਜੋ ਸੈੱਲ ਸਾਈਕਲ ਤੋਂ ਬਾਹਰ ਹੀ ਚਲਾ ਗਿਆ। ਅੰਡਰਸਟੂਡ ਹੈ? ਸੋ ਇਹ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਬੇਟਾ, ਬਹੁਤ ਇੰਪੋਰਟੈਂਟ ਹੈ। ਅੱਗੇ ਇੱਕ ਯਾਦ ਰੱਖਣਾ ਤੁਸੀਂ ਕਿ ਸੀ ਵੈਲਿਊ ਕੀ ਹੁੰਦੀ ਹੈ, ਠੀਕ ਹੈ। ਸੀ ਵੈਲਿਊ ਕੀ ਹੁੰਦੀ ਆ, ਟੋਟਲ DNA ਕੰਟੈਂਟ ਔਨ ਵਨ ਸੈੱਟ ਆਫ ਕ੍ਰੋਮੋਜ਼ੋਮਸ, ਠੀਕ ਹੈ। ਇੱਕ ਸੈੱਟ ਕ੍ਰੋਮੋਜ਼ੋਮ ਦੇ ਵਿੱਚ ਕਿੰਨਾ DNA ਕੰਟੈਂਟ ਜਿਹੜਾ ਉਹ ਪ੍ਰੈਜੈਂਟ ਆ। ਹੁਣ ਜਿੱਦਾਂ ਆਹ ਦੇਖੋ, ਆਹ ਤੁਹਾਨੂੰ ਦੱਸਿਆ ਹੋਇਆ ਮੈਂ, ਥੋੜ੍ਹਾ ਜਿਹਾ ਛੋਟਾ ਜਿਹਾ ਸੈੱਲ ਸਾਈਕਲ ਬਣਾਇਆ ਹੋਇਆ, ਉਹਦਾ ਸਾਈਜ਼, ਇੱਥੋਂ ਸੈੱਲ ਸਟਾਰਟ ਹੋਇਆ ਸੀਗਾ G1 ਫੇਸ ਤੋਂ, ਦੇਖੋ ਤੁਹਾਡੇ ਸਾਹਮਣੇ ਆ, ਠੀਕ ਹੈ। ਉਹਦੇ ਵਿੱਚ ਉਹਦੀ ਸੀ ਵੈਲਿਊ ਕਿੰਨੀ ਆ, ਉਹਦਾ ਕ੍ਰੋਮੋਜ਼ੋਮ ਨੰਬਰ ਕਿੰਨੇ ਆ, 2N, ਠੀਕ ਹੈ, ਅਤੇ ਸੀ ਵੈਲਿਊ ਵੀ 2C ਆ। ਹੁਣ ਇਹਦੇ ਵਿੱਚ ਤਾਂ ਸੈੱਲ ਨੇ ਆਪਣੇ ਉਹਨੂੰ ਪ੍ਰੀਪੇਅਰ ਕੀਤਾ ਸੀਗਾ ਤਾਂ ਕਿ ਉਹ DNA ਦੀ ਰੈਪਲੀਕੇਸ਼ਨ ਹੋ ਸਕੇ
ਐਸ ਫੇਸ ਦੇ ਵਿੱਚ। ਹੁਣ ਜਦੋਂ DNA ਰੈਪਲੀਕੇਸ਼ਨ ਇਹਦੇ ਵਿੱਚ ਹੋਊਗੀ, ਇਟ ਮੀਨਸ ਕਿ DNA ਦੀਆਂ ਕਾਪੀਜ਼ ਬਣੂਗੀਆਂ, DNA ਕਾਪੀਜ਼ ਬਣੂਗੀਆਂ ਅਤੇ 2 ਤੋਂ 4 ਆਉਣਗੇ, ਠੀਕ ਹੈ ਨਾ। ਹੁਣ ਇਹਦੇ ਵਿੱਚ ਇੱਥੇ ਆ ਕੇ, ਠੀਕ ਹੈ, ਜਦੋਂ ਸੈੱਲ ਨੇ ਐਸ ਫੇਸ ਕੰਪਲੀਟ ਕਰ ਜਾਣਾ, ਠੀਕ ਹੈ, ਦੈਨ ਉਹਦੀ ਜਿਹੜੀ ਆ ਵੈਲਿਊ ਜਿਹੜੀ ਆ ਉਹ ਜਿਹੜਾ ਸੈੱਲ ਦਾ ਸਾਈਜ਼ ਕੀ ਕਰ ਜਾਣਾ, ਇਨਕਰੀਜ਼ ਕਰ ਜੂਗਾ, ਸੈੱਲ ਦਾ ਸਾਈਜ਼ ਇਨਕਰੀਜ਼ ਕਰ ਗਿਆ, ਠੀਕ ਹੈ। ਸੋ ਕ੍ਰੋਮੋਸੋਮ ਨੰਬਰ 2n ਹੀ ਆ, ਸੇਮ ਰਹਿਣਾ ਹੈ, ਅਤੇ ਸੀ ਵੈਲਿਊ ਉਹਦੀ ਕੀ ਹੋ ਜਾਣੀ ਹੈ, ਡਬਲ ਹੋ ਜਾਣੀ ਹੈ, 4C। ਸੀ ਵੈਲਿਊ ਇਹ ਹੁੰਦੀ ਹੈ DNA ਦਾ ਕੰਟੈਂਟ ਕਿੰਨਾ ਹੈ ਉਹ ਇਨਕਰੀਜ਼ ਕਰ ਜਾਂਦਾ, ਅੰਡਰਸਟੂਡ। ਦੈਨ ਉਸ ਤੋਂ ਬਾਅਦ G2 ਫੇਜ਼ ਕੰਪਲੀਟ ਕਰਕੇ ਵੀ ਉਹਦੀ ਸੇਮ ਵੈਲਿਊ ਰਹਿੰਦੀ ਹੈ, ਅੰਡਰਸਟੂਡ ਆ। ਸੋ ਆਹ ਦੇਖੋ, ਉਹੀ ਜਿਹੜਾ ਸੈੱਲ ਸੀਗਾ ਉਹਦੇ ਵਿੱਚ ਜਿਹੜਾ ਕ੍ਰੋਮੋਸੋਮ ਹੁੰਦਾ ਆ, ਠੀਕ ਹੈ, ਉਹ ਕ੍ਰੋਮੋਸੋਮਸ ਦੇ ਵਿੱਚ ਅੱਗੇ ਉਹ ਐਸ ਫੇਜ਼ ਦੇ ਵਿੱਚ ਆ ਕੇ ਰੈਪਲੀਕੇਸ਼ਨ ਹੋ ਜਾਂਦੀ ਹੈ। ਰੈਪਲੀਕੇਸ਼ਨ ਤੋਂ ਬਾਅਦ ਉਹਦੀਆਂ ਕਾਪੀਜ਼ ਬਣ ਜਾਂਦੀਆਂ। ਹਾਂ, ਕਾਪੀ ਜਿਹੜੇ ਥ੍ਰੈਡ ਲਾਈਕ ਸਟਰਕਚਰਸ ਕ੍ਰੋਮੈਟਿਨ ਫਾਈਬਰਸ ਕ੍ਰੋਮੋਸੋਮਸ ਹੁੰਦੇ ਆ ਨਾ, ਥ੍ਰੈਡ ਲਾਈਕ ਸਟਰਕਚਰਸ ਹੁੰਦੇ ਆ ਇਹ ਆ ਦੇਖੋ, ਇਹਦੀਆਂ ਇੱਕ ਬਲੂ ਇੱਕ ਰੈੱਡ ਆ, ਇਹਦੀਆਂ ਕਾਪੀਜ਼ ਬਣ ਗਈਆਂ, ਠੀਕ ਹੈ, ਅਤੇ DNA ਕੰਟੈਂਟ ਜਿਹੜਾ ਉਹਦਾ ਕੀ ਹੋ ਜਾਂਦਾ, ਡਬਲਡ ਹੋ ਜਾਂਦਾ, ਅੰਡਰਸਟੂਡ। ਇਹ ਸਾਰਾ ਉਹ ਸੈੱਲ ਸਾਈਕਲ ਦੇ ਵਿੱਚ ਹੁੰਦਾ। ਨੈਕਸਟ ਆ ਜਾਂਦਾ ਬੇਟਾ ਚੈੱਕ ਪੁਆਇੰਟਸ। ਚੈੱਕ ਪੁਆਇੰਟਸ ਕੀ ਹੁੰਦੇ ਆ ਇਹ ਤੁਹਾਨੂੰ ਦੱਸਣਾ ਹੁਣ, ਠੀਕ ਹੈ। ਦੇਖੋ G1 ਫੇਜ਼ 'ਤੇ ਜਿੱਥੇ ਖ਼ਤਮ ਹੁੰਦਾ ਆ, ਐਸ ਫੇਜ਼ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਚੈੱਕ ਪੁਆਇੰਟਸ ਪ੍ਰੈਜੈਂਟ ਹੁੰਦੇ ਆ। ਪਹਿਲਾ ਚੈੱਕ ਪੁਆਇੰਟ G1 ਚੈੱਕ ਪੁਆਇੰਟ ਬੋਲਦੇ ਸੀ, ਇੱਥੇ ਪ੍ਰੈਜੈਂਟ ਹੁੰਦਾ, ਠੀਕ ਹੈ, ਠੀਕ ਹੈ। ਕਿਉਂਕਿ ਉਸ ਤੋਂ ਬਾਅਦ ਹੀ ਜਿਹੜੀ ਉਹ ਸਟਾਰਟਿੰਗ ਹੁੰਦੀ ਆ, ਠੀਕ ਹੈ, ਅੰਡਰਸਟੂਡ ਆ। ਫਿਰ ਉਸ ਤੋਂ ਬਾਅਦ ਜਦੋਂ G2 ਫੇਜ਼ ਜਿਹੜਾ ਖ਼ਤਮ ਹੁੰਦਾ ਆ, ਇੱਕ ਸੈਕਿੰਡ ਚੈੱਕ ਪੁਆਇੰਟ ਜਿਹੜਾ ਆ ਉੱਥੇ ਪ੍ਰੈਜੈਂਟ ਹੋਊਗਾ। ਆਹ ਦੇਖੋ, ਇਹਨਾਂ ਦੇ ਫੰਕਸ਼ਨਸ ਵੀ ਤੁਹਾਡੇ ਨਾਲ ਡਿਸਕਸ ਕਰੂੰਗਾ। ਔਰ ਥਰਡ ਚੈੱਕ ਪੁਆਇੰਟ ਜਿਹੜਾ ਹੁੰਦਾ ਆ ਉਹ ਤੁਹਾਡਾ ਹੁੰਦਾ ਆ M ਫੇਜ਼, ਮੈਟਾਫੇਜ਼ ਤੋਂ ਬਾਅਦ ਪ੍ਰੈਜੈਂਟ, ਮੈਟਾਫੇਜ਼ 'ਚ ਪ੍ਰੈਜੈਂਟ ਹੁੰਦਾ ਹੈ। 3 ਚੈੱਕ ਪੁਆਇੰਟ ਪ੍ਰੈਜੈਂਟ ਹੁੰਦੇ ਆ। ਹੁਣ ਚੈੱਕ ਪੁਆਇੰਟ ਹੁੰਦੇ ਕੀ ਆ ਇਹ ਤੁਹਾਡੇ ਨਾਲ ਡਿਸਕਸ ਕਰੀਏ। ਚੈੱਕ ਪੁਆਇੰਟ ਵਿੱਚ ਬੇਟਾ ਜਦੋਂ ਸੈੱਲ ਸਟਾਰਟ ਹੁੰਦਾ ਆ, ਚੱਲਦਾ ਆ G1 ਫੇਜ਼ ਤੋਂ, ਉਹਨੇ ਆਪਣੇ ਆਪ ਨੂੰ ਸਾਰਾ ਪ੍ਰੀਪੇਅਰ ਕਰ ਲਿਆ ਤਾਂ ਕਿ ਉਹ ਇਸ ਫੇਜ਼ ਦੇ ਵਿੱਚ ਆ ਕੇ ਰੈਪਲੀਕੇਸ਼ਨ ਕਰੇ। ਫਿਰ ਉਹਨੇ ਚੈੱਕ ਪੁਆਇੰਟ ਦੇ ਵਿੱਚ ਕੀ ਕਰਨਾ, ਉੱਥੇ ਸੈੱਲ ਦੀ ਚੈਕਿੰਗ ਹੁੰਦੀ ਆ ਕਿ ਸੈੱਲ ਕਿਤੇ ਡੈਮੇਜ ਤਾਂ ਨਹੀਂ, ਠੀਕ ਹੈ, DNA ਉਹਦਾ ਡੈਮੇਜ ਤਾਂ ਨਹੀਂ, ਠੀਕ ਹੈ। ਫਿਰ ਉਸ ਤੋਂ ਬਾਅਦ ਦੂਜੇ ਨੰਬਰ 'ਤੇ ਉਹਦੇ ਵਿੱਚ ਐਂਜ਼ਾਈਮਸ ਵਗੈਰਾ ਪ੍ਰੋਪਰਲੀ ਜਿਹੜੇ ਬਣੇ ਸੀਗੇ G1 ਫੇਜ਼ 'ਤੇ ਉਹ ਸਹੀ ਆ, ਪ੍ਰੋਟੀਨਸ ATP ਸਾਰਾ ਕੁਛ ਸਹੀ ਆ। ਇਟ ਐਕਟੀਵੇਟ ਦਾ ਸਾਈਕਲਿਨ ਆਫ ਪ੍ਰੋਟੀਨ ਟੂ ਇਨੀਸ਼ੀਏਟ ਦਾ ਸੈੱਲ ਡਿਵੀਜ਼ਨ, ਠੀਕ ਹੈ। ਇੱਥੇ ਕੀ ਹੁੰਦਾ G1 ਦੇ ਵਿੱਚ ਇੱਕ ਐਕਟੀਵੇਸ਼ਨ ਹੁੰਦੀ ਆ ਕਿਹੜੇ ਪ੍ਰੋਟੀਨ ਦੀ, CDK ਦੀ, ਜਿਹਨੂੰ ਉਹਦੀ ਸਾਈਕਲ ਡਿਪੈਂਡੈਂਟ ਕਾਈਨੇਜ਼ ਬੋਲਦੇ ਆ, ਠੀਕ ਹੈ, ਜਿਹੜਾ ਕਿ ਹੈਲਪ ਕਰਦਾ ਆ। ਇਟ ਇਜ਼ ਰਿਸਪੋਂਸੀਬਲ ਫਾਰ ਦਾ ਇਨੀਸ਼ੀਏਸ਼ਨ ਟਰਾਂਸਕ੍ਰਿਪਸ਼ਨ, ਇਟ ਇੰਡੀਕੇਟਸ ਨਾਓ ਸੈੱਲ ਐਂਟਰ ਟੂ ਦਾ ਐਸ ਫੇਜ਼। ਜਦੋਂ ਇਹ ਜਿਹੜਾ ਐਂਜ਼ਾਈਮ ਆ, ਠੀਕ ਹੈ, ਇਹ ਜਦੋਂ ਐਕਟੀਵੇਟ ਹੋ ਜਾਂਦਾ, ਪ੍ਰੋਟੀਨ ਆ ਇਹ ਪ੍ਰੋਟੀਨ ਜਦੋਂ ਐਕਟੀਵੇਟ ਹੋ ਜਾਂਦਾ ਤਾਂ ਇਹ ਜਦੋਂ ਐਕਟੀਵੇਟ ਹੁੰਦਾ ਹੈ ਦੈਨ ਜਿਹੜਾ ਆ ਇਟ ਮੀਨਸ ਜਿਹੜਾ ਸੈੱਲ ਆ ਹੁਣ ਉਹ ਐਂਟਰ ਕਰ ਸਕਦਾ ਕਿਹਦੇ ਵਿੱਚ, ਐਸ ਫੇਜ਼ ਦੇ ਵਿੱਚ, ਅੰਡਰਸਟੂਡ। ਓਕੇ ਬੇਟਾ, ਜਿਹੜਾ ਸੈਕਿੰਡ ਚੈੱਕ ਪੁਆਇੰਟ ਆ ਉਹ ਕਿੱਥੇ ਪ੍ਰੈਜੈਂਟ ਹੁੰਦਾ, ਉਹ ਪ੍ਰੈਜੈਂਟ ਹੁੰਦਾ ਆ ਐਟ ਦਾ ਐਂਡ ਆਫ ਦਾ G2 ਫੇਜ਼, ਠੀਕ ਹੈ, ਜਿਹਦੇ ਵਿੱਚ ਉੱਥੇ ਕੀ ਚੈਕਿੰਗ ਹੋਣੀ ਹੈ ਕਿ ਹੁਣ ਓਬਵੀਅਸਲੀ ਐਸ ਫੇਜ਼ ਲੰਘ ਚੁੱਕਾ ਹਾਂ ਅਸੀਂ, ਇੱਥੇ ਪ੍ਰੈਜੈਂਟ ਆ। ਹਾਂ ਦੇਖੋ ਆ G2 ਚੈੱਕ ਪੁਆਇੰਟ ਆ, ਠੀਕ ਆ। G1 ਚੈੱਕ ਪੁਆਇੰਟ ਸੀਗਾ, ਇਹਦਾ ਕੰਮ ਤਾਂ ਇਹਨੇ ਇਹ ਦੇਖਣਾ ਕਿ ਪ੍ਰੋਟੀਨ RNA ATP ਸਿੰਥੇਸਿਸ ਸਭ ਕੁਛ ਓਕੇ ਆ, ਠੀਕ ਹੈ, ਅਤੇ ਇਹਨੇ ਇੱਕ CDK ਜਿਹੜਾ ਉਹ ਪ੍ਰੋਟੀਨ ਆ, ਠੀਕ ਹੈ, ਉਹਨੂੰ ਕੀ ਕਰਨਾ, ਐਕਟੀਵੇਟ ਕਰਨਾ ਹੈ ਅਤੇ ਉਹਨੂੰ ਐਂਟਰ ਕਰਵਾ ਦੇਣਾ, ਐਸ ਫੇਜ਼ ਦੇ ਵਿੱਚ। ਐਸ ਫੇਜ਼ ਤੋਂ ਬਾਅਦ ਜਦੋਂ DNA ਰੈਪਲੀਕੇਸ਼ਨ ਹੋ ਗਈ ਅਤੇ ਹਿਸਟੋਨ ਪ੍ਰੋਟੀਨਸ ਵੀ ਬਣ ਗਏ, ਸਿੰਥੇਸਿਸ ਹੋ ਗਈ, ਠੀਕ ਹੈ, ਐਸ ਫੇਜ਼ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਣ ਗਈਆਂ। ਹੁਣ G2 ਫੇਜ਼ ਦੇ ਵਿੱਚ ਜਦੋਂ ਪਹੁੰਚ ਗਿਆ
ਉੱਥੇ ਉੱਥੇ ਚੈੱਕ ਪੁਆਇੰਟ ਫੇਰ ਪ੍ਰੈਜੈਂਟ ਹੋਣਾ, ਉੱਥੇ ਉਹਨੂੰ ਚੈਕਿੰਗ ਦੁਬਾਰਾ ਕਰਨੀ ਹੈ ਜ਼ੀਰੋ ਫੇਸ 'ਤੇ ਉਸ ਚੈੱਕ ਪੁਆਇੰਟ ਨੇ ਕਿ ਇਹਦੇ ਵਿੱਚ ਜਿਹੜੇ ਆ DNA ਰੈਪਲੀਕੇਸ਼ਨ ਹੋ ਗਈ ਚੰਗੀ ਤਰ੍ਹਾਂ। ਠੀਕ ਹੈ, ਦੂਜੇ ਨੰਬਰ 'ਤੇ ਉਹਨੇ ਕੀ ਚੈੱਕ ਕਰਨਾ ਆ, ਉਹਨੇ ਦੇਖਣਾ ਕਿ ਪ੍ਰੋਟੀਨ ਜਿਹੜਾ ਹੈਗਾ, ਐਂਜ਼ਾਈਮਸ ਹੈਗੇ, ATP ਹੈਗੇ, ਠੀਕ ਹੈ, ਉਹ ਪ੍ਰੋਪਰਲੀ ਬਣ ਚੁੱਕੇ ਆ। ਕਿਉਂਕਿ ਇਹੀ ਜਿਹੜੇ ਪ੍ਰੋਟੀਨਸ ਆ ਬੇਟਾ, ਇਹੀ ਜਿਹੜੇ ਐਂਜ਼ਾਈਮਸ ਹੋਣੇ ਆ, ਠੀਕ ਹੈ, ਇਹਨਾਂ ਨੇ ਹੈਲਪ ਕਰਨਾ ਆ ਕਾਹਦੇ ਵਿੱਚ, ਸਪਿੰਡਲ ਫਾਰਮੇਸ਼ਨ, ਠੀਕ ਹੈ, ਕਰਨ ਵਿੱਚ। ਸਪਿੰਡਲਸ ਫਾਰਮੇਸ਼ਨ ਹੁੰਦੀ ਆ ਵਿਦ ਦ ਹੈਲਪ ਆਫ ਦੀਜ਼ ਪ੍ਰੋਟੀਨਸ ਐਂਡ ਐਂਜ਼ਾਈਮਸ। ਇਹ ਉੱਥੇ ਚੈਕਿੰਗ ਹੋਣੀ ਕਿ ਇਹ ਸਾਰੀਆਂ ਚੀਜ਼ਾਂ ਬਣ ਗਈਆਂ ਹੋਈਆਂ। ਅੰਡਰਸਟੂਡ। ਫਿਰ ਅੱਗੇ ਆ ਜਾਂਦਾ, ਤੀਜਾ ਆ ਜਾਂਦਾ, ਥਰਡ ਚੈੱਕ ਪੁਆਇੰਟ ਆਉਂਦਾ ਐਟ ਦ ਐਂਡ ਆਫ ਮੈਟਾਫੇਸ, ਜਦੋਂ ਖ਼ਤਮ ਹੁੰਦਾ ਆ M ਫੇਸ ਦੇ ਵਿੱਚ ਜਿਹੜੀ ਸਟੇਜ ਹੈਗੀ ਨਾ ਮੈਟਾਫੇਸ, ਉੱਥੇ ਜਿਹੜੀ ਆ ਤੀਸਰਾ ਜਿਹੜਾ ਉਹ ਚੈੱਕ ਪੁਆਇੰਟ ਪ੍ਰੈਜੈਂਟ ਹੋਣਾ ਹੈ। ਠੀਕ ਹੈ, ਔਰ ਇਟ ਇਜ਼ ਆਲਸੋ ਨੋਨ ਐਜ਼ ਸਪਿੰਡਲ ਫਾਈਬਰ ਚੈੱਕ ਪੁਆਇੰਟ, ਇਹਨੂੰ ਸਪਿੰਡਲ ਫਾਈਬਰ ਚੈੱਕ ਪੁਆਇੰਟ ਵੀ ਬੋਲਦੇ ਹਾਂ। ਠੀਕ ਹੈ, ਚੈੱਕ ਸਪਿੰਡਲ ਫॉर द प्रॉपर अटैच टू द क्रोमोसोम, सो प्रॉपर सैपरेशन इज टेकन। इतने वो सारी चैकिंग होनी क्रोमोसोम के ਨਾਲ स्पिंडल फाइबर ਜਿਹੜੇ ਉਹ ਅਟੈਚ ਹੋ ਗਏ ਆ। ਠੀਕ ਹੈ, ਜੇ ਉਹ ਅਟੈਚ ਹੋ ਗਏ ਆ ਕਿ ਤਾਂ ਹੀ ਜਿਹੜੇ ਆ ਉਹ ਸਪਿੰਡਲ ਫਾਈਬਰਸ ਦਾ ਫੰਕਸ਼ਨ ਕੀ ਹੁੰਦਾ, ਉਹ ਕ੍ਰੋਮੋਸੋਮਸ ਨੂੰ ਸੈਪਰੇਟ ਕਰੂਗਾ। ਅੰਡਰਸਟੂਡ ਨਾ? ਓਕੇ ਬੇਟਾ, ਹਾਂਜੀ। ਸੋ ਇਹ ਜਿਹੜੇ ਸਪਿੰਡਲ ਫਾਈਬਰਸ ਆ, ਇਹਨਾਂ ਨੇ ਕਾਹਦੇ ਵਿੱਚ ਹੈਲਪ ਕਰਨੀ ਆ, ਕ੍ਰੋਮੋਸੋਮਸ ਨੂੰ ਸੈਪਰੇਟ ਕਰਨ ਵਿੱਚ। ਇਹ ਥਰਡ ਚੈੱਕ ਪੁਆਇੰਟ 'ਤੇ ਚੈੱਕ ਹੋਣਾ ਕਿ ਸਪਿੰਡਲ ਫਾਈਬਰਸ ਬਣ ਚੁੱਕੇ ਆ। ਠੀਕ ਹੈ, ਚੈੱਕ ਦਾ ਸਪਿੰਡਲ ਫਾਰ ਦਾ ਪ੍ਰੋਪਰ ਅਟੈਚ ਟੂ ਦਾ ਕ੍ਰੋਮੋਸੋਮਸ। ਠੀਕ ਹੈ, ਸੋ ਬੇਟਾ ਇੱਥੇ ਤੱਕ ਜਿਹੜਾ ਤੁਹਾਡਾ ਇਹ ਤੁਹਾਡਾ ਅੱਜ ਸਿਰਫ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਕਰਾਂਗੇ, ਕਿਉਂਕਿ ਇਹਦੀ ਸਟਾਰਟਿੰਗ ਜਿਹੜੀ ਹੈ ਬੇਟਾ ਬਹੁਤ ਪਜ਼ਲ ਵੀ ਆ, ਬਹੁਤ ਈਜ਼ੀ ਵੀ ਹੈ। ਜੇ ਇੱਕ ਵਾਰੀ ਸਮਝ ਗਏ ਤੁਸੀਂ ਸਾਰਾ ਕੁਛ ਇਹ, ਅਤੇ ਦੈਨ ਤੁਹਾਨੂੰ ਅੱਗੇ ਜਿਹੜੀਆਂ ਡਿਵੀਜ਼ਨਸ ਆ, ਜਿੱਦਾਂ ਟਾਈਪਸ ਆਫ ਡਿਵੀਜ਼ਨ ਪੜ੍ਹਨਾ ਅੱਗੇ, ਇਹ ਮਾਈਟੋਸਿਸ, ਮਿਓਸਿਸ, ਇਹ ਤੁਹਾਨੂੰ ਈਜ਼ੀਲੀ ਸਮਝ ਲੱਗ ਜੂਗੀ। ਸੋ ਇਹ ਬਹੁਤ ਇੰਪੋਰਟੈਂਟ ਆ। ਜੇ ਕੋਈ ਪ੍ਰੋਬਲਮ ਹੋਈ ਤੁਸੀਂ ਪੁੱਛ ਸਕਦੇ ਹੋ ਕਮੈਂਟਸ ਦੇ ਵਿੱਚ, ਬਟ ਤੁਸੀਂ ਇਹਨੂੰ ਪ੍ਰੋਪਰਲੀ ਡਾਇਗਰਾਮ ਬਣਾ ਕੇ ਸਹੀ ਢੰਗ ਨਾਲ ਕਰਨਾ ਹੈ। ਠੀਕ ਹੈ, ਇੱਕ ਪੁਆਇੰਟ ਹੋਰ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ, ਲਾਸਟ ਵਿੱਚ ਦੱਸ ਦਿੰਦਾ। ਹਿਸਟੋਨ ਪ੍ਰੋਟੀਨ ਸਿੰਥੇਸਿਸ ਮੈਂ ਪੜ੍ਹਾਇਆ ਤੁਹਾਨੂੰ ਐਸ ਫੇਸ ਦੇ ਵਿੱਚ ਹੁੰਦੀ ਹੈ, ਬਟ ਬੇਟਾ ਕਈ ਬੁੱਕਸ ਦੇ ਵਿੱਚ ਇਹ ਲਿਖਿਆ ਹੋਇਆ ਹਿਸਟੋਨ ਪ੍ਰੋਟੀਨ ਜਿਹੜੇ ਆ ਉਹ G1 ਫੇਸ ਦੇ ਵਿੱਚ ਬਣਦੇ ਆ। ਕਿਹੜੇ ਫੇਸ ਦੇ ਵਿੱਚ? G1 ਫੇਸ ਦੇ ਵਿੱਚ। ਠੀਕ ਹੈ, ਅਤੇ ਕੁਝ ਬੁੱਕਸ ਦੇ ਵਿੱਚ ਇਹ ਲਿਖਿਆ ਆ ਉਹ ਐਸ ਫੇਸ ਦੇ ਵਿੱਚ ਬਣਦੇ ਆ। ਠੀਕ ਹੈ, ਉਹ ਦੋਨੇ ਹੀ ਗੱਲਾਂ ਸਹੀ ਆ, ਕਿਉਂਕਿ ਇਨ ਲੋਅਰ ਯੂਕੈਰੋਇਡਸ, ਜਿਹੜੇ ਲੋਅਰ ਐਨੀਮਲਸ ਹੁੰਦੇ ਆ, ਯੂਕੈਰੋਇਡਸ ਐਨੀਮਲਸ ਹੀ ਬੋਲਦੇ ਆ, ਐਨੀਮਲਸ ਆਉਂਦੇ ਇਹਨਾਂ ਦੇ ਵਿੱਚ। ਠੀਕ ਹੈ ਨਾ, ਪਲਾਂਟਸ ਆ ਗਏ, ਐਨੀਮਲਸ ਆ ਗਏ, ਹਿਊਮਨਸ ਆ ਗਏ। ਜਿਹੜੇ ਲੋਅਰ ਯੂਕੈਰੋਇਡਸ ਹੁੰਦੇ ਉਹਨਾਂ ਦੇ ਵਿੱਚ 50% ਬੇਟਾ, ਇਹ ਗੱਲ ਯਾਦ ਰੱਖਣੀ ਆ, ਉਹਨਾਂ ਦੇ ਵਿੱਚ 50% ਜਿਹੜੇ ਹਿਸਟੋਨ ਪ੍ਰੋਟੀਨਸ ਆ ਉਹ ਕਿੱਥੇ ਬਣਦੇ ਆ? G1 ਫੇਸ ਦੇ ਵਿੱਚ, ਇਨ ਲੋਅਰ ਯੂਕੈਰੋਇਡਸ ਦੇ ਵਿੱਚ। ਠੀਕ ਹੈ, ਅਤੇ 50% ਜਿਹੜੇ ਉਹ ਕਿੱਥੇ ਬਣਦੇ ਆ? ਉਹ ਕਿੱਥੇ ਬਣਦੇ ਆ ਤੁਹਾਡੇ ਐਸ ਫੇਸ ਦੇ ਵਿੱਚ। ਇਹ ਗੱਲ ਯਾਦ। ਠੀਕ ਹੈ, ਬਟ ਇਨ ਹਾਇਰ ਯੂਕੈਰੋਇਡਸ ਦੇ ਵਿੱਚ, ਨੈਕਸਟ ਦੂਜਾ ਪੁਆਇੰਟ ਆ, ਇਨ ਹਾਇਰ ਯੂਕੈਰੋਇਡਸ ਦੇ ਵਿੱਚ, ਠੀਕ ਹੈ, 100% ਜਿਹੜੇ ਆ, 100% ਸਾਰੇ ਦੇ ਸਾਰੇ ਜਿਹੜੇ ਹਿਸਟੋਨ ਪ੍ਰੋਟੀਨਸ ਆ ਉਹ ਕਿੱਥੇ ਬਣਦੇ ਆ? ਐਸ ਫੇਸ ਦੇ ਵਿੱਚ ਬਣਦੇ ਆ। ਅੰਡਰਸਟੂਡ? ਇਹ ਥੋੜ੍ਹਾ ਇੰਪੋਰਟੈਂਟ ਪੁਆਇੰਟ ਸੀਗਾ। ਠੀਕ ਹੈ, ਹਿਸਟੋਨ ਪ੍ਰੋਟੀਨਸ ਤੁਹਾਨੂੰ ਮੈਂ ਦੱਸ ਹੀ ਚੁੱਕਾ, DNA ਨੂੰ ਕੋਇਲ ਕਰਦੇ ਆ। ਜਦੋਂ ਉਹ DNA ਨੂੰ ਕੋਇਲ ਕਰਦੇ ਤਾਂ ਉਹ ਕੀ ਬਣਾ ਦਿੰਦੇ ਆ? ਨਿਊਕਲੀਓਜ਼ੋਮ। ਕੀ ਬਣਾ ਦਿੰਦੇ? ਬਣ ਜਾਂਦਾ ਨਿਊਕਲੀਓਜ਼ੋਮ। ਅੰਡਰਸਟੂਡ? ਸੋ ਇਹ ਮੇਨ ਪੁਆਇੰਟ ਸੀਗੇ। ਸੋ ਬੇਟਾ ਇਹਨੂੰ ਸਾਰੇ ਨੂੰ ਪਲੀਜ਼ ਚੰਗੀ ਤਰ੍ਹਾਂ ਵੀਡੀਓ ਨੂੰ ਦੇਖੋ ਔਰ ਸਮਝੋ, ਬਹੁਤ ਇੰਪੋਰਟੈਂਟ ਆ। ਜਦ ਤੱਕ ਤੁਹਾਨੂੰ ਇਹ ਸਟਾਰਟਿੰਗ ਨਹੀਂ ਇਹਦੀ ਸਮਝ ਲੱਗਣੀ, ਤੁਹਾਨੂੰ ਜਿਹੜਾ ਪਿੱਛੇ ਅੱਗੇ ਦੋ ਮਾਈਟੋਸਿਸ ਅਤੇ ਮਿਓਸਿਸ ਪੜ੍ਹਨੀ ਆ, ਫਿਰ ਜਿਹੜੀ ਉਹ ਡਿਵੀਜ਼ਨ ਸਟਾਰਟ ਹੋਣੀ ਆ ਬੇਟਾ। ਹੁਣ ਡਿਵੀਜ਼ਨ ਸਟਾਰਟ ਹੋਣੀ ਆ ਸੈੱਲ ਦੀ। G1 ਫੇਸ, ਐਸ ਫੇਸ, G2 ਫੇਸ, ਇਹਦੇ ਵਿੱਚ ਤਾਂ ਸੈੱਲ ਆਪਣੇ ਆਪ ਨੂੰ ਪ੍ਰਿਪੇਅਰ ਹੀ ਕਰਦਾ ਆ। ਜਦੋਂ ਉਹਨੇ ਪ੍ਰਿਪੇਅਰ ਕਰ ਲਿਆ, ਫਿਰ ਉਹਨੇ ਐਮ ਫੇਸ ਜਿਹੜਾ ਆ ਆਹ ਵਾਲਾ, ਉਹਦੇ ਵਿੱਚ ਅੱਗੇ ਦੋ ਡਿਵੀਜ਼ਨਾਂ ਹੋਣੀਆਂ ਜਾ ਕੇ, ਕੈਰੀਓਕਾਈਨੇਸ ਅਤੇ ਸਾਈਟੋਕਾਈਨੇਸ। ਇਹ ਅਸੀਂ ਨੈਕਸਟ ਵੀਡੀਓ ਦੇ ਵਿੱਚ ਅਸੀਂ ਪੜ੍ਹਾਂਗੇ। ਠੀਕ ਹੈ ਬੇਟਾ, ਇਹ ਤੁਸੀਂ ਨੋਟਸ ਇਹ ਵੀ ਕਾਪੀ ਕਰ ਸਕਦੇ ਹੋ। ਠੀਕ ਹੈ, ਈਜ਼ੀ ਹੈ ਤੁਹਾਡੇ ਵਾਸਤੇ, ਇਹ ਸਾਰੇ ਨੋਟਸ ਬਹੁਤ ਈਜ਼ੀ ਆ, ਤੁਸੀਂ ਇਹਨੂੰ ਕਾਪੀ ਕਰ ਸਕਦੇ ਹੋ, ਬਟ ਇਹਦੇ ਨੋਟਸ ਜ਼ਰੂਰ ਬਣਾਇਓ, ਤਾਂ ਹੀ ਤੁਹਾਨੂੰ ਸਮਝ ਲੱਗਣੀ ਆ। ਠੀਕ ਹੈ, ਨੈਕਸਟ ਅਸੀਂ ਟਾਈਪਸ ਆਫ ਦਾ ਸੈੱਲ ਡਿਵੀਜ਼ਨ ਉਹ ਅਸੀਂ
ਪੜ੍ਹਾਂਗੇ। ਓਕੇ ਬੇਟਾ, ਥੈਂਕ ਯੂ। ਔਰ ਪਲੀਜ਼ ਇਹਨੂੰ ਚੰਗੀ ਤਰ੍ਹਾਂ ਜਿਹੜਾ ਉਹ ਤੁਸੀਂ ਪ੍ਰਿਪੇਅਰ ਕਰ ਲਓ ਨੋਟਸ ਨੂੰ। ਥੈਂਕ ਯੂ ਬੇਟਾ, ਹੈਵ ਅ ਨਾਈਸ ਡੇ।